बिस्मिल्लाहिर्रहमानिर्रहीम। अस्सलामुअलैकुम। फार्मिंग टिप्स में शाहिद अली अवान की जानिब से खुश आमदीद। नाजरीन, आज आपकी मुलाकात एक तजर्बाकार गुजर से करवाई जाएगी। ये भाई आपको अपनी ज़िंदगी भर का तजर्बा बताएंगे कि बफलो फार्मिंग का काम कैसा है, इससे मुनाफा किस सूरत में लिया जा सकता है, किन बातों का ख्याल रखना चाहिए तो आप नुकसान से बच सकते हैं, किस किस्म की भैंस रखनी चाहिए और भी बहुत सारी बातें। उम्मीद है आपको सीखने को बहुत कुछ मिलेगा। वीडियो को शुरू से लेकर आखिर तक देखिएगा और फिर कोई राय कायम कीजिएगा। तो चलें वीडियो शुरू करते हैं। अस्सलाम वालेकुम। वालेकुम सलाम। भाईजान की ना है ਤੁਹਾਡਾ? जमशेद छम्मा नहीं करना। ठीक है जी। जमशेद साहब है ਕਿਹੜੀ ਜਗ੍ਹਾ ਹੈ? जोधे वाली। जोधे वाली है। सियालकोट बड़ी है। ठीक हो गया। अच्छा, ਤੁਹਾਨੂੰ ਕਿੰਨੀ ਦੇਰ ਹੋ ਗਈ ਇਹ ਡੰਗਰਾਂ ਦਾ ਕੰਮ ਕਰਦੇ ਆ? डंगर पहले वाल साहब करते हैं। ਅੱਛਾ, बाद जो बचपन ਦੇ ਵਿੱਚ ਅਸੀਂ ਕੰਮ ਸ਼ੁਰੂ ਕੀਤਾ। ਤੇ ਕੀ ਗੱਲ ਦੂਸਰਾ ਕੋਈ ਕੰਮ ਨਹੀਂ ਕੀਤਾ? ਸ਼ੁਰੂ ਤੋਂ ਸ਼ੌਂਕ ਹੀ ਆਇਆ ਸੀ ਭਾਜੀ। ਸਹੀ ਹੈ, ਸ਼ੌਕ ਨੂੰ ਤੁਸੀਂ ਕਾਰੋਬਾਰ ਬਣਾ ਲਿਆ। ਹਾਂਜੀ। ਤੇ ਕਿਆ ਤੁਸੀਂ ਸ਼ੌਕ ਨੂੰ ਕਾਰੋਬਾਰ ਬਣਾ ਕੇ ਤੇ ਬੜੇ ਮੁਤਮਿਨ ਹੋ? ਆ ਸ਼ੁਕਰ ਅਲਹਮਦੁਲਿਲਾ ਅੱਲਾਹ ਦਾ ਕਰਮ। ਸਹੀ ਹੋ ਗਿਆ। ਹੁਣ ਤੁਹਾਂ ਸਾਨੂੰ ਸੱਚੀਆਂ ਤੇ ਖਰੀਆਂ ਗੱਲਾਂ ਦੱਸੀਆਂ ਜਿੱਥਾਂ ਤੁਸੀਂ ਆਫ ਕੈਮਰਾ ਦੱਸ ਰਹੇ ਹੋ। ਇਸ ਕੰਮ ਦੇ ਵਿੱਚ ਫਾਇਦਾ ਹੁੰਦਾ ਹੈ ਕਿ ਨਹੀਂ? ਫਾਇਦਾ ਉਹਨੂੰ ਹੀ ਹੈ ਭਾਜੀ ਜਿਹੜਾ ਬੰਦੇ ਦੀ ਜ਼ਮੀਨ ਆਪਣੀ ਹੈ। ਅੱਛਾ। ਤੇ ਘਰ ਦੇ ਪੱਠੇ ਨੇ। ਠੀਕ ਹੈ। ਕਿਉਂਕਿ ਮੁੱਲ ਦੇ ਜਿਹੜਾ ਮਹਿੰਗਾਈ ਬੜੀ ਹੈ, ਤੂੜੀ ਬੜੀ ਮਹਿੰਗੀ ਹੈ, ਚੋਕਰ ਵੰਡਾ ਨਹੀਂ ਭੇਜ ਜਾਣ ਦਿੰਦੇ। ਤੇ ਜਿਹੜੇ ਬੰਦੇ ਦੇ ਮੁੱਲ ਦਾ ਸਾਰਾ ਕੁਛ ਹੈ ਤੇ ਉਹਨਾਂ ਵਾਸਤੇ ਸਹੂਲਤ ਹੈ ਇਹ ਬੰਦਾ ਕੰਮ ਨੂੰ ਜਾਣਦਾ ਹੋਵੇ, ਬੰਦੇ ਵੀ ਰੱਖੇ ਤੇ ਬੰਦਿਆਂ ਦੇ ਉੱਤੇ ਰਵੇ। ਯਾਨੀ ਤੁਹਾਡੀ ਗੱਲ ਤੋਂ ਨਤੀਜਾ ਇਹ ਨਿਕਲਿਆ ਕਿ ਕੰਮ ਜਾਣਦਾ ਹੈ ਤੇ ਭਾਵੇਂ ਮੁੱਲ ਦਾ ਹੈ ਤੇ ਬੰਦਾ ਕੋਈ ਵੀ ਹੋਵੇ ਕੰਮ ਨੂੰ ਤਰੀਕੇ ਨਾਲ ਸਹੀ ਜਾਣਦਾ ਹੋਵੇ, ਕੰਮ ਫੇਰ ਸ਼ੁਰੂ ਕਰੇ। ਕਿਆ ਤੁਸੀਂ ਸਾਡੇ ਨਾਲ ਦਾਵਾ ਕਰ ਸਕਦੇ ਹੋ ਕਿ ਤੁਸੀਂ ਕੰਮ ਨੂੰ ਜਾਣ ਗਏ ਹੋ? ਕੰਮ ਨੂੰ ਹਾਂਜੀ ਮੈਂ ਤੇ ਜਾਣਦਾ ਹਾਂ। ਤੁਸੀਂ ਕੀ ਜਾਣਿਆ ਇਸ ਕੰਮ ਦੇ ਬਾਰੇ ਚ? ਕੰਮ ਮਈ ਕੋਈ ਚੰਗੀ ਹੋਵੇ। ਠੀਕ ਹੈ। ਜਿਹੜੀ ਕੋਈ ਨਸਲਦਾਰ ਹੈ, ਜਿਹੜਾ ਕੋਈ ਬੰਦਾ ਵਧਾਰ ਵੀ ਮਈ ਲੇ ਤੇ ਮਈ ਚੰਗੀ ਲਵੇ। ਠੀਕ ਹੈ। ਤੇ ਭੈੜੀ ਮੈਂ ਦਾ ਫਾਇਦਾ ਕੋਈ ਨਹੀਂ। ਸਹੀ ਹੋ ਗਿਆ। ਦੁੱਧ ਸ਼ੁੱਧ ਦੇ ਮੈਂ ਜਿਹੜੀ ਹੈ ਚੰਗੀ ਮਈ ਕਿਹਨੂੰ ਕਹਿੰਦੇ ਹੋ ਤੁਸੀਂ? ਅਸੀਂ ਨੀਲੀ ਦੀ ਮੈਂ ਆਰਫ ਵਾਲੇ ਦੀ। ਕਿਆ ਉਹਦੀ ਪਹਿਚਾਣ ਦੱਸ ਸਕਦੇ ਹੋ? ਪਹਿਚਾਣ ਅਸੀਂ ਖਰੀਦਣੀ ਉਹੀ ਹੈ। ਪਹਿਚਾਣ ਦੱਸੋ ਨਾ ਸਾਨੂੰ ਜਦੋਂ ਖਰੀਦਦੇ ਹੋ। ਉਹਦੀ ਪਛਾਣ ਕਾਲੀ ਸ਼ਾਹ ਮੈਂ ਹੋਵੇ, ਕੁੰਡੇ ਸਿੰਘ ਹੋਣ। ਠੀਕ ਹੈ। ਪੁਛਲ ਲੰਮੀ ਹੋਵੇ ਝੋੜੀ ਦੀ। ਸਹੀ ਹੋ ਗਿਆ। ਥਣ ਬਹਾਨਾ ਸੋਹਣਾ ਹੋਵੇ, ਚੱਡਾ ਜਿਹੜਾ ਮਹੀਂ ਥੱਲੇ ਹੁੰਦਾ। ਠੀਕ ਹੈ। ਖੁੱਲਾ ਫੇਰ ਮੈਂ ਦੁੱਧ ਦਿੰਦੀ ਏ। ਜੇ ਖਸਲ ਬਹਾਨੇ ਵਾਲੀ ਝੋਟੀਆਂ ਨਿੱਕੀਆਂ ਲਿਲੀ ਉਹ ਸਾਮੀਆਂ ਨਹੀਂ ਜਾਂਦੀਆਂ, ਦੁੱਧ ਨਹੀਂ ਦਿੰਦੀਆਂ। ਇਹ ਜਿਹੜੀ ਮਈ ਹੈ ਤੁਹਾਡੀ ਨੀਲੀ ਬਾਰ ਦੀ ਜੀ, ਇਹ ਜ਼ਿਆਦਾ ਤੋਂ ਜ਼ਿਆਦਾ ਦੁੱਧ ਕਿੰਨਾ ਦੇ ਹਟਦੀ ਹੈ? ਦੁੱਧ ਹੈ ਮਈਆਂ ਜ਼ਿਆਦਾ 20 ਸਿਰ ਵੀ ਦਿੰਦੀਆਂ ਨੇ, ਨਹੀਂ ਤਾਂ ਰੂਟੀਨ ਨਾਲ 12-13 ਸਿਰ ਜਿਹੜਾ ਆਮ ਟਰੰਡੀ ਦੇ ਵਿੱਚ ਫੇਰ ਕੇ ਪਈਆਂ ਕਰਦੀਆਂ। ਬੜੇ ਸਾਰੇ ਲੋਕ ਕਹਿੰਦੇ ਨੇ ਕਿ 20 ਸਿਰ ਦੁੱਧ ਜਿਹੜਾ ਵੇ ਸਿਰਫ ਗੱਲਾਂ ਹੀ ਨੇ। ਅਗਰ ਇੱਕ ਮੱਝ ਵਾਕਈ 20 ਸਿਰ ਦੁੱਧ ਦਿੰਦੀ ਹੈ, ਉਹ ਲਿੰਦੀ ਕੀ ਹੈ ਸਾਡੇ ਕੋਲੋਂ? ਉਹ ਦਿੰਦੀ ਹੈ ਦੁੱਧ ਜੇ ਸਾਂਭੀਏ ਸਹੀ ਤਰੀਕੇ ਨਾਲ, ਪੱਠੇ ਮਸਾਲਾ। ਮਿਸਾਲ ਦੇ ਤੌਰ 'ਤੇ ਅਗਰ 100 ਰੁਪਏ ਕਿਲੋ ਵੀ ਦੁੱਧ ਲਾਈਏ, ਇਹਦਾ ਮਤਲਬ ਇਹ ਅਗਰ 20 ਕਿਲੋ ਦਿੱਤਾ ਤੇ 2000 ਹੋ ਗਿਆ। 2000 ਚ ਉਹ ਕੀ ਖਾਏਗੀ? ਉਹ ਰੁਪਈਆ ਕੋ 1000 ਖਾ ਵੀ ਛੜੇ ਤੇ ਚਲੋ 1000 ਬਚ ਜਾਂਦੇ। ਜ਼ਿੰਦਾਬਾਦ। ਯਾਨੀ ਇਸ ਕੰਮ ਦੇ ਵਿੱਚ ਤੁਹਾਡੀ ਨਜ਼ਰ 'ਚ 50-50 ਐਵਰੇਜ ਹੈ ਵੇ। ਹਾਂ। ਤੁਸੀਂ ਦੱਸਿਆ ਕਿ ਕੰਮ ਦੀ ਸਮਝ ਹੋਣੀ ਚਾਹੀਦੀ। ਇੱਕ ਤਾਂ ਤੁਸੀਂ ਦੱਸਿਆ ਕਿ ਮੱਝ ਚੰਗੀ ਲਵੋ। ਚੰਗੀ ਲੋ, ਭਾਵੇਂ ਮਹਿੰਗੀ ਲੋ, ਭਾਵੇਂ ਨਗਦ ਲੋ, ਮੈਂ ਚੰਗੀ ਲਵੋ। ਇੱਕ ਤਾਂ ਇਹ ਗੱਲ ਕਲੀਅਰ ਹੋ ਗਈ। ਯਾਨੀ ਜਿਹੜੇ ਦੋ ਸਾਡੀ ਗੱਲ ਸੁਣ ਰਹੇ ਨੇ ਉਹ ਦੇਸੀ ਮੱਝਾਂ ਜਾਂ ਦੋ ਨਹੀਂ ਆਮ ਸਾਡੇ ਇਲਾਕੇ ਦੀਆਂ ਮਈਆਂ ਜਿਹੜੀਆਂ ਨੇ ਦੁੱਧ ਨਹੀਂ ਦਿੰਦੀਆਂ ਦੇਸੀ। ਅੱਛਾ। ਤੇ ਨਾ ਇਹਨਾਂ ਦੇ ਸੂਏ ਲੰਮੇ ਹੁੰਦੇ ਨੇ। ਸਹੀ ਹੈ। ਇਹਨਾਂ ਬਾਹਰ ਦੀਆਂ ਮਈਆਂ 2-2 ਸਾਲ ਵੀ ਦੁੱਧ ਦਿੰਦੀਆਂ ਨੇ, ਬੰਦਾ ਜੇ ਸਹੀ ਸਾਂਭੇ। ਤੇ ਜੇ ਵਿੱਚ ਪਰਾਲੀ ਪਹਾੜੇ ਤੇ ਉਹ ਕੋਈ ਨਹੀਂ, ਮਈ ਨੂੰ ਤੂੜੀ ਪਾਓ ਵੰਡਾ ਜ਼ਿਆਦਾ। ਇੱਥੇ ਮਈ ਨਾ ਪੱਠੇ ਨੂੰ ਮੰਦੀ, ਵੰਡ ਨੂੰ ਮੰਦੀ। ਅੱਛਾ। ਤੂੜੀ ਸ਼ੂੜੀ ਨਾ ਮੁੱਕੇ, ਮੈਂ 2-4 ਦਿਨ ਤੂੜੀ ਖਾਂਦੀ, ਪਰਤ ਕੇ ਜਮਾ ਹੋ ਜਾਂਦੀ ਅੰਦਰ। ਵੰਡ ਪਾਓ ਚੋਲ। ਇਹ ਤੁਹਾਡੀ ਨਜ਼ਰ ਦੇ ਵਿੱਚ ਚੰਗੀ ਮੱਝ ਵੀ ਇੰਜ ਖਰਾਬ ਹੋ ਜਾਂਦੀ ਹੈ? ਹਾਂ, ਚੰਗੀ ਮੈਂ ਵੀ ਇੰਜ ਜਿਹੜਾ ਨਾ ਪੱਠੇ ਪਾਣ ਪੱਠੇ ਜਿਹੜੇ ਘਰ ਦੇ ਨੇ ਪੱਠੇ ਲੋਕਾਂ ਦੇ ਪਾਈ ਜਾਣ। ਅੱਛਾ। ਪਰ ਵੰਡ ਲਾਜ਼ਮੀ ਐ, ਸਮੇਂ ਮਿਰਚ ਮਸਾਲਾ ਦੇਣ। ਸਹੀ ਹੈ। ਹਾਂਜੀ। ਹੋਰ ਇਹਦੀ ਕੀ ਇਖਤਿਆਰ ਜੇ? ਹੋਰ ਪਾਣੀ ਛਾਣੀ ਧਿਆਨ ਨਾਲ ਬੰਦਾ ਦਾੜੇ ਬੰਦੇ ਰੱਖੇ ਹੋਣ ਤੇ ਬੰਦਿਆਂ ਨੂੰ ਪਾਣੀ ਛਾਣੀ ਧਿਆਨ ਨਾਲ ਦਵਾਣ। ਅੱਛਾ, ਹੁਣ ਇੱਕ ਬੜਾ ਅਹਿਮ ਸਵਾਲ ਹੈ। ਕਈ ਲੋਕ ਚੰਗੀਆਂ ਮੱਝਾਂ ਲਿਆ ਕੇ ਫਾਰਮ ਖੋਲ ਲੈਂਦੇ ਨੇ, ਸਾਡੀ ਵੀਡੀਓਜ਼ ਵੇਖਦੇ ਨੇ, ਉਹ ਤੋਂ ਮਾਲੂਮਾਤ ਲੈਂਦੇ ਨੇ ਤੇ ਮੱਝਾਂ ਖਰਾਬ ਕਰ ਬੈਂਦੇ ਨੇ। ਉਹ ਤਰੀਕਾ ਹੈ ਕਿ ਪਾਣੀ ਠੰਡਾ ਮੈਂ ਨੂੰ ਵੀ ਲੜ ਜਾਂਦਾ। ਬਾਹਰ ਦੀ ਮੈਂ ਨੂੰ ਕੱਚੀ ਮੈਂ ਹੁੰਦੀ, ਇਤਿਆਤ ਨਹੀਂ ਹੁੰਦੀ। ਮੈਂ ਨੂੰ ਤਾਜ਼ਾ ਪਾਣੀ ਸਿਆਲ ਜਿੱਡਾ ਉਹ, ਗਰਮੀਆਂ ਤੇ ਚਲੋ ਹੋਰ ਗੱਲ ਹੁੰਦੀ ਹੈ, ਮੈਂ ਪੀ ਲੈਂਦੀ ਠੰਡਾ ਠੰਡਾ। ਸਹੀ ਹੈ। ਸਿਆਲ ਦੇ ਵਿੱਚ ਠੰਡਾ ਪਾਣੀ ਨਹੀਂ ਡਾਣਾ। ਜਿਹੜੀ ਮੋਟਰ ਦਾ ਤਾਜ਼ਾ ਪਾਣੀ ਹੋਦੀਆਂ ਵੀ ਜੇ ਬਣਾਈਆਂ ਨੇ ਤੇ ਹੋਦੀਆਂ ਨੂੰ ਇੱਕ ਵਾਰੀ ਕੱਢ ਲੈਣ ਪਾਣੀ ਰੋਜ਼ਾਨਾ,
ਅੱਛਾ, ਤਾਜ਼ਾ ਪਾਣੀ ਮਾਲ ਹੁੰਦਾ ਇਹ ਬੰਦਾ, ਉਹ ਪਾਣੀ ਜ਼ਿਆਦਾ ਲੜਦਾ ਮਈ। ਬਹੁਤ ਸਾਰੇ ਬੰਦੇ ਗੱਲ ਸੁਣ ਰਹੇ ਹੋਣਗੇ, ਕੁਝ ਐਗਰੀ ਕਰਨਗੇ, ਕੁਝ ਡਿਸਐਗਰੀ, ਯਾਨੀ ਕੁਝ ਮੰਨਣਗੇ, ਕੁਝ ਨਹੀਂ ਮੰਨਣਗੇ। ਤੁਸੀਂ ਕੋਈ ਦਲੀਲ ਦੇ ਸਕਦੇ ਹੋ ਕਿ ਵਾਕਈ ਠੰਡਾ ਪਾਣੀ ਤਜਰਬਾ ਕਰਕੇ? ਹਾਂਜੀ, ਵੇਖਿਆ ਕਾਪੀ ਐਕਤੀ ਨਿਚੋੜ ਕੱਢਿਆ ਸੀ। ਅੱਛਾ ਜੀ। ਅੱਗੇ ਨਹੀਂ ਹਤਿਆਤ ਕਰਦੇ, ਕਈਆਂ ਮਈਆਂ ਲਿਆਉਂਦੇ ਆ ਅਸੀਂ। ਕਿਆ ਕੱਸ ਚੜਨ ਦੀ ਵਜ੍ਹਾ ਇੱਕ ਠੰਡਾ ਪਾਣੀ ਵੀ ਹੈ? ਠੰਡਾ ਕੱਚੀ ਮੈਂ ਨੂੰ ਬੜੀ ਛੇਤੀ ਲੜਦਾ, ਸੂਦਕ ਹੋ ਜਾਂਦੀ ਮੈਂ। ਅੱਛਾ ਜੀ। ਪਾਣੀ ਪੀ ਆਉਂ ਲੱਗਦਾ ਜੀ, ਕਈ ਕਹਿੰਦੇ ਟੱਕ ਹੋ ਜਾਂਦਾ, ਉਹ ਐ ਹੀ ਵਜ੍ਹਾ ਹੁੰਦੀ ਹੈ। ਸਹੀ ਹੈ। ਤੁਹਾਡੀਆਂ ਗੱਲਾਂ ਤੋਂ ਲੱਗਦਾ ਪਿਆ ਕਿ ਤੁਸੀਂ ਵਾਕਈ ਇਸ ਕੰਮ ਨੂੰ ਸਮਝਿਆ ਵੀ ਹੈ ਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਬਚਪਨ ਦਾ ਐਡਾ ਛੋਟਾ। ਇਹ ਗੱਲ ਦੱਸੋ ਕਿ ਡੰਗਰਾਂ ਦੀਆਂ ਕਾਮਨ ਬਿਮਾਰੀਆਂ ਕਿਹੜੀਆਂ ਹੁੰਦੀਆਂ ਜਿਹੜੀਆਂ ਲੋਕਾਂ ਨੂੰ ਨੁਕਸਾਨ ਚ ਪਾ ਛੱਡਦੀਆਂ ਨੇ? ਬਿਮਾਰੀ ਹੈ ਜਿਹੜੀ ਪਰਾਲੀ ਹੈ ਨਾ, ਮੇਜ਼ੇ ਨੂੰ ਲੈਂਦੀ ਹੈ। ਠੀਕ ਹੈ। ਤੇ ਬੁਖਾਰ ਜਾਂ ਮੈਂ ਨੂੰ ਅੰਦਰ ਹੋਈਏ ਤੇ ਟੀਕਾ ਸ਼ੀਕਾ ਤਿਆਦ ਨਾ ਲਾਓ, ਡਾਕਟਰ ਨੂੰ ਮਸ਼ਵਰਾ ਕਰ ਲਓ। ਠੀਕ ਹੈ। ਜਾਂ ਆਪਣਾ ਕੋਈ ਨੁਕਸਾ ਲਾ ਲਓ, ਕੋਈ ਮਿਰਚ ਮਸਾਲਾ, ਅਦਰਕ, ਗੰਡੇ। ਠੀਕ ਹੈ। ਜਾਂ ਹਾਲਿਓ ਛਾਲਿਆਂ ਆਈਆਂ ਕੁਛ ਐਵੇਂ, ਮੈਂ ਗਰਮ ਹੋਈ ਉਸ ਵੇਲੇ ਠੀਕ ਹੋ ਜਾਂਦੀ ਹੈ। ਸਹੀ ਹੈ। ਜੇ ਮਤਲਬ ਕਿ ਹੁਣ ਨੂੰ ਘੜੀ ਨੂੰ ਲਾਣਾ ਤੇ ਉਹ ਫਿਰ ਮਈ ਜਿਹੜੀ ਹੋਰ ਨੁਕਸਾਨਦੇਹ ਹੁੰਦੀ ਹੈ, ਫਿਰ ਉਹ ਬੰਦਾ ਕਤਾ ਖਾ ਜਾਂਦਾ। ਮਹਿੰਗਾਈ ਦਾ ਦੌਰ ਹੈ, ਬਹੁਤ ਸਾਰੇ ਲੋਕ ਮੱਝਾਂ ਰੱਖਣਾ ਚਾਹੁੰਦੇ ਨੇ। ਇੱਕ ਐਵਰੇਜ ਖਰਚਾ ਦੱਸੋ ਕਿ ਮੱਝ ਤੇ ਕਿੰਨਾ ਕਲਾਈਏ ਜਿਹੜਾ ਨੁਕਸਾਨ ਵੀ ਨਾ ਹੋਏ ਤੇ ਫਾਇਦਾ ਵੀ ਹੁੰਦਾ ਰਹੇ? ਮਈ ਦਾ ਖਰਚਾ ਜੇ ਤੇ ਮਈਆਂ ਚੰਗੀਆਂ ਹੋਣ ਤੇ ਜੇ ਕੋਈ 20,000 ਦਾ ਦੁੱਧ 10,000 ਵੀ ਪਾ ਖੜੀਏ ਤੇ ਚਲੋ। ਇਹਦੀ ਤੁਹਾਡੀ ਨਜ਼ਰ 'ਚ ਉੱਥੇ ਸਾਨੂੰ ਕੰਜੂਸੀ ਨਹੀਂ ਕਰਨੀ ਚਾਹੀਦੀ? ਕੰਜੂਸੀ ਨਾ ਕਰੋ ਕਿਸੇ ਕੋਈ ਮਹੀਨਾ ਐਸਾ ਵੀ ਆਂਦਾ ਹੋਣਾ ਸਿਆਲ ਹੈ ਨਾ, ਐ ਨਾ ਕੋ ਨਹੀਂ ਬਚਦੇ ਵੇ। 2 ਮਹੀਨੇ ਮਈਆਂ ਨੂੰ ਖਾਣ ਦੋ ਵੰਡ ਤੂੜੀ, ਉਹ ਮਈਆਂ ਟੁੱਟਣ ਨਾ, ਮਈਆਂ ਲਿੱਸੀਆਂ ਕੁਝ ਨਹੀਂ ਦਿੰਦੀਆਂ। ਹਰ ਮੌਸਮ ਦੇ ਵਿੱਚ ਕਿਹੜੀ ਐਸੀ ਚੀਜ਼ ਹੈ ਜਿਹੜੀ ਨਹੀਂ ਛੱਡਣੀ ਚਾਹੀਦੀ? ਜਿਸ ਤਰ੍ਹਾਂ ਤੂੜੀ ਹੋ ਗਿਆ, ਸਬਜ਼ ਚਾਰਾ ਹੋ ਗਿਆ, ਇਸ ਤੋਂ ਇਲਾਵਾ ਵੀ ਕੋਈ ਚੀਜ਼ ਹੈ ਜਿਹੜੀ ਮੱਝਾਂ ਨੂੰ ਦਿੰਦੇ ਰਹੋ? ਤੂੜੀ ਜ਼ਿਆਦਾ 12 ਮਹੀਨੇ ਪਾਣੀ ਚਾਹੀਦੀ ਹੈ ਮਈਆਂ ਨੂੰ, ਜਾਂ ਮਕਈ ਜਾਂ ਚਰੀ ਪਾਓ। ਚਰੀ ਵੇਖ ਲੋ, ਹੈ ਜਿਹੜੀ ਲੜਦੀ ਬੜਾ, ਜੇਠ ਦੇ ਵਿੱਚ ਚੜੀ ਨਹੀਂ ਪਾਣੀ ਚਾਹੀਦੀ। ਉਂਝ ਮੂੰਹ ਖੋਲ ਨਾਲੇ ਡੰਗਰਾਂ ਨੂੰ ਲੜਦੀ ਬੜਾ। ਝੋਟੀਆਂ ਬੰਦਾ ਲਵੇ ਤੇ ਤੂੜੀ ਪਾਉਂਦਾ ਰਹੇ ਨਾ, ਮੈਂ ਵੰਡ ਆਪਣੇ ਇਲਾਕੇ ਦੀ ਗੱਲ ਪੇ ਕਰਨੇ ਆ। ਬਾਹਰ ਤੇ ਚਲੋ ਕਮਾਸ਼ ਟਾਲਾ ਮੀਆਂ ਖਾਂਦੇ, ਉਧਰ ਦਾ ਪਾਣੀ ਹੋਰ ਹੈ। ਇੱਧਰ ਜਿਹੜਾ ਪਾਣੀ ਛਾਣੀ ਨਹੀਂ ਹੋ, ਜਿਹਦਾ ਮਈ ਨੂੰ ਨਹੀਂ ਲੱਗਦਾ, ਇੱਧਰ ਪੱਠੇ ਛੱਠੇ ਧਿਆਨ ਨਾ ਪਾਏ ਬੰਦਾ, ਗਤਾਵਾ ਧੁੰਨ ਰੱਖੇ ਮਈਆਂ। ਕਿੰਨੀਆਂ ਮੱਝਾਂ ਦੇ ਵਿੱਚ ਇੱਕ ਝੋਟਾ ਲਾਜ਼ਮੀ ਹੈ? ਮਈਆਂ ਦੇ ਵਿੱਚ 5 ਮਈਆਂ 'ਚ ਇੱਕ ਝੋਟਾ ਲਾਜ਼ਮੀ ਹੈ। ਕੁਛ ਲੋਕ ਕਹਿੰਦੇ ਨੇ 10 'ਚ ਵੀ ਰੱਖੋ, ਤੁਹਾਡਾ ਕੀ ਖਿਆਲ ਹੈ? ਆ ਮਈਆਂ ਘਾ ਜਿਨ੍ਹਾਂ ਨੇ ਹੁਣ ਨਹੀਂ ਜਾਣਾ ਕਿਤੇ ਤਾਂ ਉਹਨਾਂ ਨੂੰ ਇਹ ਕਿ 5 'ਚ ਕੀ 1 'ਚ ਵੀ ਹੋਵੇ ਜਾਂ 20 'ਚ 100 'ਚ ਝੋਟਾ ਲਾਜ਼ਮੀ ਹੋਣਾ ਚਾਹੀਦਾ। ਝੋਟਾ ਨਾ ਰੱਖਿਆ ਜਾਏ, ਮੱਝਾਂ ਟਾਈਮ ਨਾਲ ਨਹੀਂ ਬਣਦੀਆਂ ਤੇ ਹੋਰ ਕੀ ਨੁਕਸਾਨ ਹੋ ਸਕਦਾ ਮੱਝਾਂ ਨੂੰ? ਮਈਆਂ ਫਿਰ ਘਟ ਜਾਂਦੀਆਂ ਨੇ, ਧਾਰਾਂ ਪੈ ਕੇ ਅੰਦਰ ਸਾੜ ਪੈ ਜਾਂਦੇ ਨੇ। ਪਈਆਂ ਬੋਲਦੀਆਂ ਲੇਕਿਨ ਪਤਾ ਨਹੀਂ। ਇਹ ਵੀ ਤਿਆਦ ਕਰ ਲਓ ਕਿ ਹੁਣ 2 ਸਾਲ ਸੰਡਾ ਰੱਖਿਆ, ਉਹਨੂੰ ਬਦਲ ਲਵੋ, ਕਿਉਂਕਿ 2 ਸੂਵੇ ਮਈ ਸਵਾੜੇ ਨਾ ਸੰਡਾ ਅੰਦਰੋਂ ਖਨਾਖਰਾ ਹੋ ਜਾਂਦਾ। ਸੰਡਾ ਤੁਸੀਂ ਦੱਸਿਆ 2 ਸਾਲ ਬਾਅਦ ਬਦਲ ਛੜੋ? ਹਾਂ, ਬਦਲ ਛੜੋ। ਇਸ ਤੋਂ ਇਲਾਵਾ ਕੋਈ ਹੋਰ ਵਜ੍ਹਾ ਤਾਂ ਨਹੀਂ? ਨਹੀਂ। ਕਿਹੜੀ ਨਸਲ ਦਾ ਸੰਡਾ ਜਿਹੜਾ ਚੰਗਾ ਰਹਿੰਦਾ ਹੈ ਸਾਡੇ ਇੱਥੇ ਸਿਆਲਕੋਟ 'ਚ? ਸੰਡਾ ਬਾਰੀ ਸੰਡਾ ਜਾਂ ਮਈਆਂ ਮਗਰ ਆਈਏ। ਕੁਛ ਲੋਕ ਕਹਿੰਦੇ ਨੇ ਕਿ ਦੇਸੀ ਚੰਗਾ ਰਹਿੰਦਾ ਹੈ, ਤੁਹਾਡਾ ਕੀ ਖਿਆਲ ਹੈ? ਦੇਸੀ ਹੈ ਕਿ ਮਈਆਂ ਕਟੀਆਂ ਨਹੀਂ ਚੰਗੀਆਂ ਨਿਕਲਦੀਆਂ। ਹਾਂ, ਇਹ ਤਾਂ ਗੱਲ ਹੈ। ਹਾਂ, ਸੰਡਾ ਬਾਰੀ ਹੋਵੇ ਮੈਂ ਤੇ ਮਈ ਚੰਗਾ ਹੋਵੇ ਤੇ ਮਈ ਸਗੋਂ ਕਹਿੰਦੇ ਨੇ ਨਾ ਕਟੀਆਂ ਹੀ ਦੁੱਧ ਦੇਣਗੀਆਂ। ਮਈਆਂ ਵੀ ਦੁੱਧ ਦਿੰਦੀਆਂ ਨੇ ਜੇ ਚੰਗੇ ਸੰਡੇ ਦੀਆਂ ਸੂਣ। ਤੇ ਅਗਰ ਕ੍ਰਾਸ ਹੋਏ ਸੰਡਾ ਤੇ? ਕ੍ਰਾਸ ਤੇ ਨਹੀਂ, ਅਸੀਂ ਜਿਹਦਾ ਆਇਆ ਹੀ ਸੰਡਾ ਸਾਡੇ ਕੋਲ ਬਾਰੀ ਰੱਖਿਆ। ਹੁਣ ਇਹ ਦੱਸਿਓ ਕਿ ਤੁਸੀਂ ਛੋਟੇ ਜਾਵਾਂ ਦਾ ਕੀ ਕਰਦੇ? ਅਸੀਂ ਜਾ ਪਾਲਦੇ ਜੀ। ਕਿੱਡਾ ਕੁ ਕਰਕੇ ਕੱਟਾ ਵੇਚ ਛੱਡਦੇ ਹੋ? ਕੱਟਾ ਕੋਈ 2-2.5 ਸਾਲਾਂ ਦਾ ਵੇਚ ਛੱਡਦੇ। ਠੀਕ ਹੋ ਗਿਆ। ਇਹ ਗੱਲ ਜਿਹੜੀ ਹੈ ਨਾ ਤੁਸੀਂ ਦਿਲੋਂ ਕਰਨੀ ਹੈ ਤੇ ਸੱਚੀ ਗੱਲ ਕਰਨੀ ਹੈ। ਇੱਕ ਨਵਾਂ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ, ਉਹਨੂੰ ਇਹ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ? ਇਹ ਅਸੀਂ ਤੁਹਾਨੂੰ ਅੱਗੇ ਵੀ ਗੱਲ ਦੱਸੀ ਹੈ, ਬੰਦਾ ਇਸ ਕੰਮ ਨੂੰ ਜਾਣਦਾ ਹੋਵੇ ਤੇ ਬੰਦਾ ਬੰਦੇ ਵੀ ਰੱਖੇ ਤੇ ਉੱਤੇ ਰਵੇ, ਇਹਨਾਂ ਦਾ ਦਮ ਨਾ ਖਾਵੇ। ਅਸੀਂ ਤੁਹਾਡੇ ਕੋਲ ਦੁਬਾਰਾ ਇਸ ਗੱਲ ਵਾਸਤੇ ਪੁੱਛੀਏ ਕਿ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਇਸ ਕੰਮ ਜਿਹੜਾ ਬੰਦਾ ਇਸ ਕੰਮ ਨੂੰ ਨਹੀਂ ਨਾ ਭਾਜੀ ਜਾਣਦਾ, ਉਹ ਬੰਦਾ ਕੰਮ ਨਾ ਕਰੇ। ਤੇ ਅਗਰ ਬੰਦੇ ਰੱਖ ਕੇ ਕੰਮ ਕਰੇ ਫਿਰ ਵੀ ਕਾਮਯਾਬ ਹੈ? ਫਿਰ ਇਹ ਉੱਤੇ ਤਿਆਤ ਹੋਏ, ਆਪਣੇ ਪੱਠੇ ਹੋਣ, ਤੂੜੀ ਤਾਂ ਦਾ ਆਪਣਾ ਕੋਈ ਸਰਮਾਇਆ ਕੋਲ ਹੋਵੇ ਤੇ ਬੰਦਾ ਵੰਡ ਸਾਲ ਤੇ ਮਾਰ ਖਾਣੀ ਪੈਂਦੀ ਹੈ, ਬੰਦਾ ਸਮਝ ਜਾਂਦਾ ਹੌਲੀ ਹੌਲੀ। ਅੱਛਾ, ਇੱਕ ਬੜਾ ਅਹਿਮ ਸਵਾਲ ਜ਼ਿਹਨ 'ਚ ਆਇਆ ਕਿ ਜਿਹੜੇ ਬੰਦੇ ਡੰਗਰ ਰੱਖ ਲੈਂਦੇ ਨੇ ਜੀ, ਸਜਰੀਆਂ ਮੱਝਾਂ ਰੱਖ ਲੈਂਦੇ ਨੇ ਜੀ, ਉਹ ਸਾਰੀਆਂ ਸਜਰੀਆਂ ਹੁੰਦੀਆਂ ਨੇ, ਨਵੀਆਂ ਮੱਝਾਂ ਪਾ ਲੈਂਦੇ ਨੇ, ਲੇਕਿਨ ਉਹ ਜਦੋਂ ਖੰਗੜੀਆਂ ਹੋ ਜਾਂਦੀਆਂ ਨੇ ਤੇ ਉਹਨਾਂ ਦਾ ਕਾਰੋਬਾਰ ਡੁੱਬ ਜਾਂਦਾ ਹੈ। ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹ ਇੰਜ ਹੀ ਕਰਨ ਕਿ ਜੇ ਤਾਂ ਉਹਨਾਂ ਦਾ ਮਾਲ ਆਪਣਾ ਨਗਦ ਹੈ, ਉਹ ਜ਼ਿਆਦਾ ਮਈਆਂ ਵਿੱਚ ਕੋਈ ਚੰਗੀਆਂ ਮਈਆਂ ਰੱਖ ਲੈਣ, ਵਿੱਚੋਂ ਕੋਈ ਦੇ ਕੇ ਮਈਆਂ ਨਾਲ ਪਾ ਲੈਣ, 15-20 ਹਜ਼ਾਰ ਦੇ ਕੇ ਨਾਲ ਮਈ ਪਾ ਲੈਣ, ਉਹ ਹੀ ਫਾਇਦਾ। ਮਈਆਂ ਦਾ ਦੁੱਧ ਨਾ ਟੁੱਟੇ,
ਸਹੀ ਹੈ। ਅੱਛਾ, ਆਪਣੇ ਤਜਰਬਾਤ ਦੇ ਵਿੱਚ ਇਹ ਦੱਸਿਓ ਕਿ ਰੂਟੀਨ ਕਿੰਨੀ ਹੋਣੀ ਚਾਹੀਦੀ, ਯਾਨੀ 6 ਮਹੀਨਿਆਂ ਬਾਅਦ ਸਜਰੀਆਂ ਫੇਰ ਪਾ ਲਈਆਂ, ਸਾਲ ਬਾਅਦ ਪਾਏ? ਮਈਆਂ ਕੋਈ ਸਹੀ ਰੁਟੀਨ ਤੇ ਆਹੀ 6-7 ਮਹੀਨਿਆਂ ਬਾਅਦ ਬਦਲ ਲਵੇ, ਯਾਨੀ 6 ਮਹੀਨਿਆਂ ਬਾਅਦ ਅੱਧੀਆਂ ਮੱਝਾਂ ਭਾਵੇਂ ਖੰਗਰੀਆਂ ਹੋਣ ਤੇ ਅੱਧੀਆਂ ਦੁੱਧ ਦੇਣ ਵਾਲੀਆਂ ਚੰਗੇ ਪੈਸੇ ਲੱਭਣ ਦੇ ਨਾਲ ਬੰਦਾ ਥੋੜੇ ਪਾ ਕੇ ਮਈ ਲੈ ਲੈਂਦਾ, ਉਹ ਮਹਿਸੂਸ ਨਹੀਂ ਹੁੰਦਾ। ਉਹਨੇ 4 ਮਹੀਨੇ ਸੁੱਕਣਾ ਤੇ ਉਹਨੇ ਡਬਲ ਖਰਚਾ ਖਾ ਲੈਣਾ। ਜਿਹੜੇ ਲੋਕ ਸਿਰਫ ਦੁੱਧ ਦਾ ਕਾਰੋਬਾਰ ਕਰਨਾ ਚਾਹੁੰਦੇ ਨੇ ਉਹ ਕੀ ਕਰਨ, ਤੇ ਜਿਹੜੇ ਨਾਲ ਗੋਸ਼ਤ ਦਾ ਵੀ ਕਰਨਾ ਚਾਹੁੰਦੇ ਨੇ ਉਹ ਕੀ ਕਰਨ? ਜਿਹੜੇ ਦੁੱਧ ਦਾ ਕਰਦੇ ਨੇ ਇਹ ਤੁਹਾਨੂੰ ਦੱਸਿਆ ਕਿ ਮਈ ਬਦਲ ਲੈਣ, ਠੀਕ ਹੈ, ਤੇ ਜਾਂ ਜੇ ਚੰਗੇ ਆਪਣਾ ਸਰਮਾਇਆ ਤੇ ਪਾਈ ਜਾਣ ਕੇ ਕਹਿਣ ਸ਼ੌਂਕ ਹੈ ਸਾਨੂੰ, ਠੀਕ ਹੈ, ਤੇ ਨਹੀਂ ਤੇ ਸੂਲਣ ਜੇ ਦੁੱਧ ਚ ਹੀ ਕੰਮ ਮਈਆਂ ਚ ਹੀ ਕਰਨਾ ਤੇ ਬਦਲ ਲੈਣ ਮਈ। ਤੇ ਜੇ ਨਾਲ ਕੱਟੇ ਕੁੱਟੇ ਵੇਚ ਕੇ ਬੱਚੇ ਵੇਚ ਕੇ ਨਾਲ ਉਹ ਕੱਟਿਆਂ ਤੂੜੀ ਸੂੜੀ ਜਿਹੜੀ ਮੱਸਰਾਂ ਦੀ ਚੋਕਰ ਪਾਈ ਜਾਣ, ਹਾਂ, 1 ਮਹੀਨਾ ਦੁੱਧ ਤੇ ਬਕਾਇਆ ਉਹਨਾਂ ਨੂੰ ਇੱਕ ਵਾੜਾ ਬਣਾ ਲੈਣ ਤੇ ਦੁੱਧ ਸ਼ੁੱਧ ਉਹਨਾਂ ਨੂੰ। ਬਹੁਤ ਸਾਰੇ ਲੋਕ ਤੁਹਾਡੀ ਗੱਲਬਾਤ ਪਸੰਦ ਵੀ ਕਰਨਗੇ ਔਰ ਤੁਹਾਨੂੰ ਪਸੰਦ ਵੀ ਕਰਨਗੇ, ਤੇ ਅਗਰ ਤੁਹਾਡੇ ਨਾਲ ਗੱਲ ਕਰਨ ਦਾ ਸ਼ੌਕ ਰੱਖਦੇ ਹੋਣ ਤਾਂ ਕੋਈ ਨੰਬਰ ਦੇ ਸਕਦੇ ਹੋ? ਨੰਬਰ ਦਾ ਸਾਡਾ 0340 40 34 155। ਬਹੁਤ ਸ਼ੁਕਰੀਆ ਜੀ, ਤੁਸੀਂ ਬੜੀ ਅਹਿਮ ਮਾਲੂਮਾਤ ਦਿੱਤੀਆਂ ਨੇ। ਅਸਲਾਮ ਵਾਲੇਕੁਮ।